प्यारे विद्यार्थियों सत श्री अकाल। मैं हंसपाल सिंह गिल अज एक बार फिर जमात 8वीं के अध्याय 3 चतुर्भुजावां नूं समझना दी दोहराई करावांगा। इस तो पहला विद्यार्थियों असी 2 लैसनां विच चतुर्भुजावां नूं समझना दी दोहराई कर चुके हां ते इस नूं असी जारी रखते हुए अज अगे पढ़ाई करांगे। साडा अज दा विषय है कुछ खास चतुर्भुजावां नूं समझना। विद्यार्थियों ਜਦੋਂ ਅਸੀਂ ਅਧਿਆਇ ਸ਼ੁਰੂ ਕੀਤਾ ਸੀ ਤੇ ਅਸੀਂ ਸਿੰਪਲ ਚਤੁਰਭੁਜ ਬਾਰੇ ਗੱਲ ਕੀਤੀ ਸੀ ਕਿ ਕੋਈ ਵੀ ਆਕਿਰਤੀ 4 ਭੁਜਾਵਾਂ ਨਾਲ ਬਣੀ ਹੋਈ ਆਕਿਰਤੀ ਉਸ ਨੂੰ ਅਸੀਂ ਚਤੁਰਭੁਜ ਕਹਿੰਦੇ ਹਾਂ। ਜਿਸ ਤਰ੍ਹਾਂ ਇਸ ਚਤੁਰਭੁਜ ਵਿੱਚ ਗੁਣ ਆਉਂਦੇ ਜਾਂਦੇ ਹਨ ਉਸ ਤਰ੍ਹਾਂ ਇਸ ਦੇ ਨਾਂ ਬਦਲਦੇ ਰਹਿੰਦੇ ਹਨ। ਸੋ ਗੁਣਾਂ ਦੇ ਆਧਾਰ ਤੇ ਚਤੁਰਭੁਜਾਵਾਂ ਦੇ ਨਾਂ ਕਿਸ ਤਰ੍ਹਾਂ ਬਦਲਦੇ ਹਨ ਇਸ ਬਾਰੇ ਅੱਜ ਅਸੀਂ ਵਿਸਥਾਰ ਸਹਿਤ ਪੜਾਂਗੇ। ਸੋ ਵਿਦਿਆਰਥੀਓ ਅੱਜ ਸਭ ਤੋਂ ਪਹਿਲਾਂ ਇੱਕ ਚਿੱਤਰ ਤੁਸੀਂ ਸਾਰਨੀ ਔਰ ਚਿੱਤਰਾਂ ਸਮੇਤ ਸਾਰਨੀ ਹੈ ਇਸ ਨੂੰ ਦੇਖੋ। ਇਸ ਸਾਰਨੀ ਵਿੱਚ ਸਾਡੇ ਕੋਲ ਇੱਕ ਸਾਈਡ ਤੇ ਚਤੁਰਭੁਜਾਵਾਂ ਦੀ ਕਿਸਮ ਹੈ ਅਤੇ ਦੂਸਰੇ ਸਾਈਡ ਤੇ ਚਤੁਰਭੁਜਾਵਾਂ ਦੇ ਗੁਣ ਹਨ। ਸੋ ਸਭ ਤੋਂ ਪਹਿਲਾਂ ਅਸੀਂ ਸਮਾਨਾਂਤਰ ਚਤੁਰਭੁਜਾ ਬਾਰੇ ਗੱਲ ਕਰਾਂਗੇ। ਸਮਾਨਾਂਤਰ ਚਤੁਰਭੁਜਾ ਬਾਰੇ ਆ ਦੇਖੋ ਮੈਂ ਤੁਹਾਨੂੰ ਦਿਖਾਉਂਦਾ ਹਾਂ ਇਸ ਚਿੱਤਰ ਵਿੱਚ ਆ ਅਸੀਂ ਵਿਸ਼ਾ ਹੈ ਸਮਾਨਾਂਤਰ ਚਤੁਰਭੁਜਾ। ਸੋ ਸਮਾਨਾਂਤਰ ਚਤੁਰਭੁਜਾ ਦਾ ਇਹ ਚਿੱਤਰ ਹੈ। ਇਸ ਵਿੱਚ ਇੱਕ ਚਤੁਰਭੁਜ ਸਿੰਪਲ 4 ਭੁਜਾਵਾਂ ਨਾਲ ਬਣੇ ਹੋਏ ਚਿੱਤਰ ਨੂੰ ਅਸੀਂ ਚਤੁਰਭੁਜ ਕਹਿੰਦੇ ਹਾਂ। ਪਰ ਸਮਾਨਾਂਤਰ ਚਤੁਰਭੁਜਾ ਵਿੱਚ ਜਿਸ ਤਰ੍ਹਾਂ ਕਿ ਇੱਥੇ ਵੀ ਲਿਖਿਆ ਹੋਇਆ ਹੈ ਕਿ ਜਦੋਂ ਇੱਕ ਚਤੁਰਭੁਜ ਦੀਆਂ ਸਨਮੁਖ ਭੁਜਾਵਾਂ ਸਮਾਨਾਂਤਰ ਹੋਣ ਉਸ ਨੂੰ ਅਸੀਂ ਸਮਾਨਾਂਤਰ ਚਤੁਰਭੁਜ ਕਹਿੰਦੇ ਹਾਂ। ਸੋ ਇਹ ਸਮਾਨਾਂਤਰ ਭੁਜਾਵਾਂ ਦਾ ਜੋ ਜੋੜਾ ਹੈ ਉਹ ਮੈਂ ਤੁਹਾਨੂੰ ਦਿਖਾਉਂਦਾ ਹਾਂ ਕਿ ਇਸ ਵਿੱਚ DC ਔਰ AB ਆ ਦੇਖੋ ਵਿਦਿਆਰਥੀਓ DC ਔਰ AB ਇਹ ਸਮਾਨਾਂਤਰ ਭੁਜਾਵਾਂ ਦਾ ਜੋੜਾ ਹੈ। ਦੂਸਰਾ ਜੋੜਾ AD ਔਰ BC ਹੈ। ਸੋ ਇਸ ਤਰ੍ਹਾਂ ਸਮਾਨਾਂਤਰ ਚਤੁਰਭੁਜ ਵਿੱਚ ਸਨਮੁਖ ਭੁਜਾਵਾਂ ਸਮਾਨਾਂਤਰ ਹੁੰਦੀਆਂ ਹਨ। ਇਸ ਦੇ ਬਾਕੀ ਗੁਣਾਂ ਬਾਰੇ ਅਸੀਂ ਗੱਲ ਕਰਦੇ ਹਾਂ। ਇਸ ਦੇ ਬਾਕੀ ਗੁਣ ਤੁਸੀਂ ਸੱਜੇ ਪਾਸੇ ਦੇਖੋ ਇਸ ਵਿੱਚ ਗੁਣਾਂ ਬਾਰੇ ਜ਼ਿਕਰ ਕੀਤਾ ਹੈ। ਸੋ ਸਮਾਨਾਂਤਰ ਚਤੁਰਭੁਜਾ ਦਾ ਪਹਿਲਾ ਗੁਣ ਕਿ ਇਸ ਦੀਆਂ ਸਨਮੁਖ ਭੁਜਾਵਾਂ ਬਰਾਬਰ ਹੁੰਦੀਆਂ ਹਨ। ਜਿਸ ਤਰ੍ਹਾਂ ਕਿ ਅਸੀਂ ਪਹਿਲਾਂ ਪੜ੍ਹਿਆ AB ਔਰ DC ਸਮਾਨਾਂਤਰ ਵੀ ਹਨ ਤੇ ਇਹ ਬਰਾਬਰ ਵੀ ਹਨ। ਇਸੇ ਤਰ੍ਹਾਂ ਦੂਸਰਾ ਜੋੜਾ AD ਔਰ BC ਸਮਾਨਾਂਤਰ ਵੀ ਹੈ ਔਰ ਬਰਾਬਰ ਵੀ ਹੈ। ਇਸ ਦਾ ਦੂਸਰਾ ਗੁਣ ਹੁਣ ਅਸੀਂ ਇਸ ਦੂਸਰੇ ਗੁਣ ਬਾਰੇ ਪੜ੍ਹਦੇ ਹਾਂ। ਆ ਦੇਖੋ ਇਸ ਦਾ ਦੂਸਰਾ ਗੁਣ ਸਨਮੁਖ ਭੁਜਾਵਾਂ ਦੇ ਸਮਾਨਾਂਤਰ ਭੁਜਾਵਾਂ ਦੇ ਸਨਮੁਖ ਕੋਣ ਬਰਾਬਰ ਹੁੰਦੇ ਹਨ। ਇਹ ਇਸ ਦਾ ਦੂਸਰਾ ਗੁਣ ਹੈ। ਸਨਮੁਖ ਕੋਣ ਸਮਾਨਾਂਤਰ ਚਤੁਰਭੁਜਾ ਦੇ ਸਨਮੁਖ ਕੋਣ ਇਹ ਦੇਖੋ ਸਨਮੁਖ ਕੋਣਾਂ ਬਾਰੇ ਇਹ ਕੋਣ D ਔਰ B ਇਹ ਬਰਾਬਰ ਹਨ। ਕੋਣ A ਔਰ C ਬਰਾਬਰ ਹਨ। ਪਿਛਲੇ ਲੈਸਨ ਵਿੱਚ ਵੀ ਇਹ ਗੱਲਾਂ ਅਸੀਂ ਕਰ ਚੁੱਕੇ ਹਾਂ। ਸੋ ਸਮਾਨਾਂਤਰ ਚਤੁਰਭੁਜਾ ਦਾ ਤੀਸਰਾ ਗੁਣ ਇਸ ਦੇ ਵਿਕਰਨ ਇੱਕ ਦੂਸਰੇ ਨੂੰ ਸਮਦਭਾਜਿਤ ਕਰਦੇ ਹਨ। ਵਿਕਰਨ ਵੇਖੋ ਵਿਦਿਆਰਥੀਓ ਇਸ ਦੇ ਵਿਕਰਨ ਪਹਿਲਾ ਵਿਕਰਨ AC ਚਿੱਤਰ ਵਿੱਚ ਤੁਸੀਂ ਦੇਖ ਸਕਦੇ ਹੋ। ਦੂਸਰਾ ਵਿਕਰਨ DB ਇਹ ਵਿਕਰਨ AC ਔਰ DB ਇੱਕ ਦੂਸਰੇ ਨੂੰ ਬਿੰਦੂ O ਉੱਤੇ ਆ ਦੇਖੋ ਬਿੰਦੂ O ਉੱਤੇ AC ਔਰ DB ਇੱਕ ਦੂਸਰੇ ਨੂੰ ਸਮਦਭਾਜਿਤ ਕਰਦੇ ਹਨ। ਭਾਵ ਇੱਕ ਦੂਸਰੇ ਦੇ 2 ਬਰਾਬਰ ਭਾਗ
ਕਰਦੇ ਹਨ। जिस तरह के चित्र विच भी दर्शाया है ए ओ देखो ए ओ बराबर है ओ सी ਅਤੇ ओ डी दूसरे विकर्ण के भाग ओ डी और ओ बी ये भी बराबर है। सो इस तरह असी एक समानांतर चतुर्भुजा के गुणों बारे पढ़िया है। हुण इस तो अगे विद्यार्थियों असी इस तो अगे पढ़ते हाँ कि इसनूं समानांतर चतुर्भुजा के कुछ होर गुण ਜਦੋਂ ਐਡ ਹੋ ਜਾਂਦੇ ਹਨ ਤੇ ਇਸ ਦਾ ਨਾਮ ਬਦਲ ਜਾਂਦਾ ਹੈ। ਸੋ ਇਸ ਦਾ ਨਾਮ ਕਿਸ ਤਰ੍ਹਾਂ ਬਦਲਦਾ ਹੈ ਉਹ ਦੇਖਦੇ ਹਾਂ। ਡਿਲੀਟ ਕਰ ਦੋ, ਇੱਥੋਂ ਕਰਦਾ ਕਰ ਡਿਲੀਟ, ਉਹਦੇ ਉੱਤੇ ਡਿਲੀਟ ਵਾਲੇ ਉੱਤੇ ਨਾ ਉਹ ਆ ਗਿਆ। ਆਹੋ ਤਾਂ ਹੀ ਪੂਰਾ ਵਿਆਹ ਵਿੱਚ ਉਹਨੂੰ ਥੱਲੇ ਬੰਦ ਕਰ। ਤੂੰ ਜਦੋਂ ਮੈਂ ਗੁਣ ਬਦਲੂੰਗਾ ਨਾ ਉਹਨੂੰ ਬੰਦ ਕਰ ਲਾ। ਹਾਂ ਬੰਦ ਕਰ ਦੇ ਇਹਨੂੰ ਇੱਥੋਂ ਅੱਗੇ ਤੋਂ। ਚਲੋ ਹੁਣ ਜਦੋਂ ਮੈਂ ਬਦਲ ਤੂੰ ਹੀ ਕਰਦਾ ਕਰ ਭਾਵੇਂ ਡਿਲੀਟ। ਨਹੀਂ ਉਹ ਸਿਲੈਕਸ਼ਨ ਤੂੰ ਕਰੇਗਾ, ਡਿਲੀਟ ਤਾਂ ਮੈਂ ਕਰ ਦੂੰਗਾ ਇਧਰੋਂ। ਹਾਂ ਹਾਂ ਸਿਲੈਕਟ ਕਰ ਲਾ ਇਧਰੋਂ। ਹਾਂ ਤੈਨੂੰ ਸਮਝ ਆ ਜਾਊਗੀ ਵੀ ਕਰਨ ਲੱਗਾ ਏ। ਠੀਕ ਹੈ ਨਾ। ਹੁਣ ਤੇ ਮੈਨੂੰ ਉਹ ਦਿਖਣ ਲੱਗ ਪਿਆ। ਹਾਂਜੀ ਇਹ ਹੁਣ ਸਟਾਰਟਿੰਗ ਤੇਰੇ ਕੋਲ ਹੀ ਹੈ, ਮੇਰੇ ਕੋਲ ਹੈ ਨਹੀਂ। ਉਹ ਇੱਥੇ ਉਹ ਹੈ ਨਹੀਂ। ਉਹ ਅੱਛਾ ਮੈਂ ਬੋਲ ਲਿਆ। ਰਿਕਾਰਡਿੰਗ ਚੱਲਦੀ ਪਈ ਆ, ਉਹ ਵਿੱਚੋਂ ਕੱਟ ਕਰਨਾ ਉੱਥੋਂ। ਵਿਦਿਆਰਥੀਓ ਅਸੀਂ ਸਮਾਨਾਂਤਰ ਚਤੁਰਭੁਜਾ ਬਾਰੇ ਔਰ ਉਸ ਦੇ ਗੁਣਾਂ ਬਾਰੇ ਪੜ੍ਹਿਆ ਹੈ। ਹੁਣ ਸਮਾਨਾਂਤਰ ਚਤੁਰਭੁਜਾ ਵਿੱਚ ਜੇਕਰ ਅਸੀਂ ਹੋਰ ਇੱਕ ਗੁਣ ਐਡ ਕਰ ਦਿੰਦੇ ਹਾਂ ਤੇ ਫਿਰ ਉਸ ਨੂੰ ਉਹ ਗੁਣ ਕਿਹੜਾ ਹੈ ਮੈਂ ਦੱਸਣ ਲੱਗਾ ਹਾਂ। ਕਿ ਪਹਿਲਾਂ ਅਸੀਂ ਦੱਸੀਏ ਕਿ ਅਸੀਂ ਹੁਣ ਜਿਹੜੀ ਚਤੁਰਭੁਜ ਸਪੈਸ਼ਲ ਪੜ੍ਹਨ ਲੱਗੇ ਹਾਂ ਉਹ ਹੈ ਸਮ ਚਤੁਰਭੁਜ। ਸੋ ਸਮ ਚਤੁਰਭੁਜ ਇੱਕ ਸਮਾਨਾਂਤਰ ਚਤੁਰਭੁਜ ਹੀ ਹੁੰਦੀ ਹੈ। ਸਮ ਚਤੁਰਭੁਜ ਇੱਕ ਸਮਾਨਾਂਤਰ ਚਤੁਰਭੁਜ ਹੀ ਹੁੰਦੀ ਹੈ, ਭਾਵ ਇਸ ਵਿੱਚ ਸਮਾਨਾਂਤਰ ਚਤੁਰਭੁਜ ਦੇ ਸਾਰੇ ਗੁਣ ਹੁੰਦੇ ਹਨ। ਔਰ ਇਸ ਤੋਂ ਇਲਾਵਾ ਇਸ ਵਿੱਚ ਦੋ ਗੁਣ ਹੋਰ ਐਡ ਹੋ ਜਾਂਦੇ ਹਨ। ਪਹਿਲਾ ਗੁਣ ਕਿ ਸਮ ਚਤੁਰਭੁਜ, ਜਿਸ ਤਰ੍ਹਾਂ ਦੇ ਨਾਂ ਤੋਂ ਹੀ ਸਪਸ਼ਟ ਹੈ, ਸਮ ਮਤਲਬ ਸਮਾਨ। ਸਮ ਚਤੁਰਭੁਜ ਦੀਆਂ ਸਾਰੀਆਂ ਭੁਜਾਵਾਂ ਦੇ ਮਾਪ ਬਰਾਬਰ ਹੁੰਦੇ। ਜਿਸ ਤਰ੍ਹਾਂ ਕਿ ਚਿੱਤਰ ਵਿੱਚ ਵੀ ਦਰਸਾਇਆ ਗਿਆ ਹੈ ਕਿ ਸਮ ਚਤੁਰਭੁਜ ਦੀਆਂ ਭੁਜਾਵਾਂ ਤੇ ਉੱਪਰ ਇੱਕ ਇੱਕ ਨਿਸ਼ਾਨ ਲੱਗਿਆ ਹੈ। ਇਸ ਉੱਪਰ ਵੀ ਇੱਕ ਨਿਸ਼ਾਨ ਹੈ, ਇਸ ਉੱਪਰ ਵੀ ਇੱਕ ਨਿਸ਼ਾਨ ਹੈ। ਸੋ ਸਮ ਚਤੁਰਭੁਜ ਦੀਆਂ ਸਾਰੀਆਂ ਭੁਜਾਵਾਂ ਪੀ ਕਿਊ, ਕਿਊ ਆਰ, ਆਰ ਐਸ ਔਰ ਐਸ ਪੀ ਦੇ ਉੱਪਰ ਇੱਕ ਇੱਕ ਨਿਸ਼ਾਨ ਲੱਗਾ ਹੈ, ਭਾਵ ਸਾਰੀਆਂ ਭੁਜਾਵਾਂ ਬਰਾਬਰ ਹਨ। ਸੋ ਸਮ ਚਤੁਰਭੁਜ ਅਸਲ ਵਿੱਚ ਇੱਕ ਸਮਾਨਾਂਤਰ ਚਤੁਰਭੁਜ ਹੀ ਹੁੰਦੀ ਹੈ। ਮਤਲਬ ਇਸ ਦੀਆਂ ਵੀ ਆਮਣੇ ਸਾਹਮਣੇ ਦੀਆਂ ਭੁਜਾਵਾਂ ਬਰਾਬਰ ਵੀ ਹੁੰਦੀਆਂ ਹਨ, ਜਿਸ ਤਰ੍ਹਾਂ ਕਿ ਪੀ ਕਿਊ ਔਰ ਐਸ ਆਰ ਵੀ ਬਰਾਬਰ ਹੈ, ਔਰ ਇਸ ਤਰ੍ਹਾਂ ਹੀ ਇਸ ਦੀ ਪੀ ਐਸ ਔਰ ਕਿਊ ਆਰ ਵੀ ਬਰਾਬਰ ਹੈ। ਔਰ ਇਸੇ ਤਰ੍ਹਾਂ ਇਸ ਦੀਆਂ ਆਮੋ ਸਾਹਮਣੀਆਂ ਭੁਜਾਵਾਂ ਪੀ ਕਿਊ ਔਰ ਐਸ ਆਰ ਸਮਾਨਾਂਤਰ ਵੀ ਹਨ, ਔਰ ਪੀ ਐਸ ਔਰ ਕਿਊ ਆਰ ਸਮਾਨਾਂਤਰ ਵੀ ਹਨ। ਸੋ ਇਸ ਦੇ ਵਿੱਚ ਦੋ ਨਵੇਂ ਗੁਣ ਆ ਗਏ। ਇੱਕ ਤੇ ਇਸ ਦੀਆਂ ਸਾਰੀਆਂ ਭੁਜਾਵਾਂ ਬਰਾਬਰ ਹੁੰਦੀਆਂ ਹਨ। ਦੂਸਰਾ ਆ ਦੇਖੋ ਵਿਦਿਆਰਥੀਓ, ਇਸ ਦੇ ਜਿਹੜੇ ਵਿਕਰਨ ਹਨ, ਇਸ ਦੇ ਵਿਕਰਨ ਉਹ ਇੱਕ ਦੂਸਰੇ ਨੂੰ ਸਮਦਭਾਜਿਤ ਵੀ ਕਰਦੇ ਹਨ ਔਰ ਇੱਕ ਦੂਸਰੇ ਤੇ ਲੰਬ ਵੀ ਹੁੰਦੇ ਹਨ। ਸਮਾਨਾਂਤਰ ਚਤੁਰਭੁਜ ਦੇ ਵਿਕਰਨ ਕੇਵਲ ਸਮਦਭਾਜਿਤ ਕਰਦੇ ਸਨ, ਪਰ ਜਿਹੜੀ ਸਮ ਚਤੁਰਭੁਜ ਹੈ ਇਸ ਦੇ ਵਿਕਰਨ ਇੱਕ ਦੂਸਰੇ ਨੂੰ ਲੰਬ ਤੇ ਕੱਟਦੇ ਹਨ, ਭਾਵ ਆ ਦੇਖੋ ਜਿਸ ਤਰ੍ਹਾਂ ਚਿੱਤਰ ਵਿੱਚ ਵੀ ਦਰਸਾਇਆ ਹੈ। ਆ ਦੇਖੋ ਆ 90 ਦੇ ਕੋਣ ਬਣਦੇ ਹਨ ਸਾਰੇ, ਭਾਵ ਇਸ ਦੇ ਵਿਕਰਨ ਸਮਦਭਾਜਿਤ ਵੀ ਕਰਦੇ ਹਨ ਔਰ ਲੰਬ ਤੇ ਉੱਪਰ ਸਮਦਭਾਜਿਤ ਕਰਦੇ ਹਨ। ਔਰ ਇਸ ਤਰ੍ਹਾਂ ਇਹ ਸਮ ਚਤੁਰਭੁਜ ਦੇ ਵਿੱਚ ਇੱਕ ਹੋਰ ਗੁਣ ਐਡ ਹੋਣ ਨਾਲ, ਭਾਵ ਇਸ ਦੀਆਂ ਸਾਰੀਆਂ ਭੁਜਾਵਾਂ ਬਰਾਬਰ ਹੋਣ ਨਾਲ ਦੋ ਹੋਰ ਨਵੇਂ ਗੁਣ ਆ ਗਏ ਕਿ ਇਸ ਦੇ ਵਿਕਰਨ ਇੱਕ ਦੂਸਰੇ ਨੂੰ ਲੰਬ ਉੱਤੇ ਸਮਦਭਾਜਿਤ
ਕਰਦੇ ਹਨ। ਹੁਣ ਅਸੀਂ ਅੱਗੇ ਪੜਾਂਗੇ ਕਿ ਕਿਸ ਤਰ੍ਹਾਂ ਇਹ ਇੱਕ ਹੋਰ ਗੁਣ ਐਡ ਹੋਣ ਨਾਲ, ਇੱਕ ਹੋਰ ਗੁਣ ਵਿੱਚ ਜਮਾ ਹੋਣ ਨਾਲ, ਜਾਂ ਗੁਣ ਨੂੰ ਪ੍ਰੋਪਰਟੀ ਵੀ ਕਹਿੰਦੇ ਹਾਂ, ਉਹ ਗੁਣ ਆਉਣ ਨਾਲ ਕਿਸ ਤਰ੍ਹਾਂ ਉਸ ਦੇ ਨਾਮ ਬਦਲ ਜਾਂਦੇ ਹਨ। ਜਿਸ ਤਰ੍ਹਾਂ ਕਿ ਅੱਜ ਦਾ ਵਿਸ਼ਾ ਹੈ ਕਿ ਕੁਝ ਖਾਸ ਚਿੱਤਰ ਭੁਜਾਵਾਂ ਨੂੰ ਸਮਝਣਾ। ਸੋ ਵਿਦਿਆਰਥੀਓ, ਇਸ ਤੋਂ ਅੱਗੇ ਚੱਲਦੇ ਹਾਂ। ਇਸ ਤੋਂ ਅੱਗੇ ਦੇਖੋ, ਚਿੱਤਰ ਵਿੱਚ ਇੱਕ ਮੈਂ ਦੱਸਦਾ ਹਾਂ, ਆਹ ਦੇਖੋ ਚਿੱਤਰ, ਇਸ ਵਿੱਚ ਇਹ ਵਾਲਾ ਆਪਾਂ ਕਰ ਰਹੇ ਹਾਂ, ਆਇਤ ਹੈ। ਸੋ ਆਪਾਂ ਹੁਣ ਆਇਤ ਬਾਰੇ ਪੜਾਂਗੇ। ਕਿਸ ਤਰ੍ਹਾਂ ਆਇਤ ਵੀ ਇੱਕ ਸਮਾਨਾਂਤਰ ਚਤੁਰਭੁਜ ਹੀ ਹੈ, ਔਰ ਇਸ ਦੀਆਂ ਆਮਣੇ ਸਾਹਮਣੇ ਦੀਆਂ ਭੁਜਾਵਾਂ ਬਰਾਬਰ ਵੀ ਹਨ, ਸਮਾਨਾਂਤਰ ਵੀ ਹਨ। ਜਿਸ ਤਰ੍ਹਾਂ ਚਿੱਤਰ ਵਿੱਚ ਦੇਖੋ, KLMN ਇੱਕ ਆਇਤ ਹੈ, ਔਰ ਇਸ ਦੀ KL ਔਰ MN ਆਮਣੇ ਸਾਹਮਣੇ ਦੀਆਂ ਭੁਜਾਵਾਂ ਸਮਾਨਾਂਤਰ ਵੀ ਹਨ, ਬਰਾਬਰ ਵੀ ਹਨ। ਸੋ ਵਿਦਿਆਰਥੀਓ, ਇਸ ਵਿੱਚ ਨਵਾਂ ਗੁਣ ਕਿਹੜਾ ਆਇਆ ਹੈ? ਸਭ ਤੋਂ ਪਹਿਲਾਂ ਤੇ ਆਇਤ ਵੀ ਇੱਕ ਸਮਾਨਾਂਤਰ ਚਤੁਰਭੁਜ ਵੀ ਹੀ ਹੁੰਦੀ ਹੈ। ਮਤਲਬ ਜਦੋਂ ਅਸੀਂ ਆਇਤ ਨੂੰ ਇੱਕ ਸਮਾਨਾਂਤਰ ਚਤੁਰਭੁਜ ਕਹਿ ਦਿੰਦੇ ਹਾਂ, ਭਾਵ ਸਾਰੇ ਸਮਾਨਾਂਤਰ ਚਤੁਰਭੁਜ ਵਾਲੇ ਗੁਣ ਇਸ ਵਿੱਚ ਆ ਜਾਂਦੇ ਹਨ। ਪਰ ਇਸ ਵਿੱਚ ਇੱਕ ਹੋਰ ਨਵਾਂ ਗੁਣ ਆ ਗਿਆ। ਉਹ ਨਵਾਂ ਗੁਣ ਕਿਹੜਾ ਹੈ ਕਿ ਇਸ ਦੇ ਸਾਰੇ ਕੋਣ ਸਮਕੋਣ ਹਨ, 90 ਦੇ ਹਨ। ਜਿਸ ਤਰ੍ਹਾਂ ਕੋਣ K, ਕੋਣ L, ਕੋਣ M ਔਰ ਕੋਣ M ਔਰ ਕੋਣ N, ਦੇਖੋ ਸਾਰੇ ਸਮਕੋਣ ਹਨ। ਸੋ ਆਇਤ ਦੇ ਵਿੱਚ ਇੱਕ ਨਵਾਂ ਗੁਣ ਆ ਗਿਆ ਕਿ ਇਸ ਦੇ ਸਾਰੇ ਕੋਣ ਬਰਾਬਰ ਵੀ ਹੁੰਦੇ ਹਨ, ਔਰ ਇਸ ਦੇ ਸਾਰੇ ਕੋਣ ਸਮਕੋਣ ਹੁੰਦੇ ਹਨ। ਆ ਦੇਖੋ, ਜਿਸ ਵਿੱਚ ਇੱਕ ਕੋਣ ਸਮਕੋਣ ਹੁੰਦਾ ਹੈ, ਭਾਵ ਇੱਕ ਕੋਣ ਜੇਕਰ ਸਮਕੋਣ ਹੈ ਤੇ ਚਤੁਰਭੁਜ ਦੇ ਗੁਣਾਂ ਦੇ ਆਧਾਰ ਤੇ ਸਾਰੇ ਹੀ ਕੋਣ ਅਸੀਂ ਸਿੱਧ ਕਰ ਸਕਦੇ ਹਾਂ ਕਿ ਇਸ ਦੇ ਸਾਰੇ ਕੋਣ ਸਮਕੋਣ ਹੁੰਦੇ ਹਨ। ਸੋ ਆਇਤ ਦੇ ਵਿੱਚ ਹਰੇਕ ਕੋਣ ਸਮਕੋਣ ਹੈ। ਦੂਸਰਾ ਇਹਦਾ ਗੁਣ ਆ ਗਿਆ, ਔਰ ਤੀਸਰਾ ਗੁਣ ਇਸ ਦੇ ਵਿਕਰਨ, ਜਿਸ ਤਰ੍ਹਾਂ ਕਿ ਸਮਾਨਾਂਤਰ ਚਤੁਰਭੁਜ ਦੇ ਵਿਕਰਨ ਇੱਕ ਦੂਸਰੇ ਨੂੰ ਸਮਦਭਾਜਿਤ ਕਰਦੇ ਹਨ, ਇਸ ਦੇ ਵਿਕਰਨ ਵੀ ਇੱਕ ਦੂਸਰੇ ਨੂੰ ਸਮਦਭਾਜਿਤ ਕਰਦੇ ਹਨ। ਪਰ ਇੱਕ ਹੋਰ ਨਵਾਂ ਗੁਣ ਕਿ ਇਸ ਦੇ ਵਿਕਰਨ ਬਰਾਬਰ ਹਨ, ਯਾਨੀ ਕਿ ਵਿਕਰਨਾਂ ਦਾ ਮਾਪ ਬਰਾਬਰ ਹੁੰਦਾ ਹੈ। ਵਿਕਰਨ ਇਸ ਦੇ ਕਿਹੜੇ ਹਨ? ਵਿਕਰਨ KM ਔਰ ਆ ਦੇਖੋ KM ਵਿਕਰਨ, ਔਰ ਦੂਸਰਾ ਇਸ ਦਾ ਵਿਕਰਨ NL। ਇਹਨਾਂ ਦਾ ਮਾਪ ਆਪਸ ਵਿੱਚ ਬਰਾਬਰ ਹੁੰਦਾ ਹੈ, ਭਾਵ KM ਔਰ NL ਇਹ ਵਿਕਰਨ ਹਨ ਇਸ ਦੇ, ਇਹਨਾਂ ਦਾ ਮਾਪ ਆਪਸ ਵਿੱਚ ਬਰਾਬਰ ਹੈ। ਸੋ ਵਿਦਿਆਰਥੀਓ, ਤੁਸੀਂ ਦੇਖਿਆ ਕਿ ਇੱਕ ਆਇਤ ਵੀ ਇੱਕ ਸਮਾਨਾਂਤਰ ਚਤੁਰਭੁਜ ਹੀ ਹੈ, ਪਰ ਇਸ ਦਾ ਹਰੇਕ ਕੋਣ 90 ਦਾ ਹੈ, ਔਰ ਇਸ ਦੇ ਵਿਕਰਨ ਆਪਸ ਵਿੱਚ ਬਰਾਬਰ ਵੀ ਹਨ, ਔਰ ਵਿਕਰਨ ਬਰਾਬਰ ਹਨ ਮੈਂ ਦੱਸਿਆ ਹੈ, ਜਿਸ ਤਰ੍ਹਾਂ ਕਿ KM ਔਰ MN। ਸੋ ਇਸ ਤੋਂ ਅੱਗੇ ਆਪਾਂ ਹੋਰ ਪੜ੍ਹਦੇ ਹਾਂ ਕਿ ਕਿਸ ਤਰ੍ਹਾਂ ਹੋਰ ਗੁਣ ਆਉਣ ਨਾਲ ਇੱਕ ਸਮਾਨਾਂਤਰ ਚਤੁਰਭੁਜ ਜੋ ਹੈ ਉਹ ਉਸ ਦਾ ਨਾਮ ਬਦਲਦਾ ਹੈ। ਸੋ ਆਓ ਇਸ ਤੋਂ ਅੱਗੇ ਚੱਲੀਏ। ਆਪਾਂ ਹੁਣ ਵਰਗ ਬਾਰੇ ਗੱਲ ਕਰਾਂਗੇ। ਵਰਗ ਵੀ ਇੱਕ ਸਮਾਨਾਂਤਰ ਚਤੁਰਭੁਜ ਹੀ ਹੈ। ਆ ਦੇਖੋ, ਇਹ ਵਰਗ ਹੈ। ਵਰਗ ਵੀ ਇੱਕ ਸਮਾਨਾਂਤਰ ਚਤੁਰਭੁਜ ਹੀ ਹੈ। ਇੱਧਰ ਵੀ ਦੇਖੋ, ਵਰਗ ਸਮਾਨਾਂਤਰ
ਚਤੁਰਭੁਜ ਹੈ, ਵਰਗ ਸਮ ਚਤੁਰਭੁਜ ਹੈ, ਵਰਗ ਆਇਤ ਹੈ। ਵਰਗ ਵਿੱਚ ਸਮਾਨੰਤਰ ਚਤੁਰਭੁਜ, ਸਮ ਚਤੁਰਭੁਜ ਅਤੇ ਆਇਤ ਦੇ ਸਾਰੇ ਗੁਣ ਹੁੰਦੇ ਹਨ। ਕਿਸ ਤਰ੍ਹਾਂ, ਇੱਕ ਵਾਰੀ ਫੇਰ ਦੁਹਰਾਉਂਦੇ ਹਾਂ ਕਿ ਵਰਗ ਦੀਆਂ ਆਮਣੇ ਸਾਹਮਣੇ ਦੀਆਂ ਭੁਜਾਵਾਂ SR ਅਤੇ PQ ਸਮਾਨੰਤਰ ਵੀ ਹਨ, ਬਰਾਬਰ ਵੀ ਹਨ। ਇਸੇ ਤਰ੍ਹਾਂ PS ਅਤੇ RQ ਬਰਾਬਰ ਵੀ ਹਨ, ਸਮਾਨੰਤਰ ਵੀ ਹਨ। ਇਹ ਸਮਾਨੰਤਰ ਚਤੁਰਭੁਜ ਦੇ ਗੁਣ ਹਨ। ਵਰਗ ਦੇ ਜਿਹੜੇ ਵਿਕਰਨ ਹਨ PR ਔਰ PSQ, ਇਹ ਵੀ ਇੱਕ ਦੂਸਰੇ ਨੂੰ ਸਮਦੁਭਾਜਿਤ ਕਰਦੇ ਹਨ। ਔਰ ਵਰਗ ਦੀਆਂ ਸਾਰੀਆਂ ਭੁਜਾਵਾਂ ਬਰਾਬਰ ਹੋਣ ਕਰਕੇ ਇਹ ਸਮ ਚਤੁਰਭੁਜ ਵੀ ਹੈ। ਵਰਗ ਦੇ ਸਾਰੇ ਕੋਣ ਸਮਕੋਣ ਹੋਣ ਕਰਕੇ ਇਹ ਆਇਤ ਵੀ ਹੈ। ਸੋ ਵਰਗ ਵਿੱਚ ਇਹਦੇ ਸਾਰੇ ਕੋਣ ਸਮਕੋਣ ਹਨ। ਵਰਗ ਵਿੱਚ ਸਾਰੇ ਹੀ ਗੁਣ ਸਮਾਨੰਤਰ ਚਤੁਰਭੁਜ ਦੇ, ਸਮ ਚਤੁਰਭੁਜ ਦੇ ਔਰ ਆਇਤ ਦੇ ਹੁੰਦੇ ਹਨ। ਸੋ ਇਸ ਤੋਂ ਵੱਧ ਵਰਗ ਵਿੱਚ ਕਿਹੜਾ ਗੁਣ ਆਉਂਦਾ ਹੈ, ਉਸ ਬਾਰੇ ਆਪਾਂ ਪੜ੍ਹਦੇ ਹਾਂ ਕਿ ਵਰਗ ਦੀਆਂ ਸਾਰੀਆਂ ਭੁਜਾਵਾਂ ਬਰਾਬਰ, ਵਰਗ ਦੇ ਸਾਰੇ ਵਿਕਰਨ ਵੀ ਬਰਾਬਰ, ਔਰ ਵਿਕਰਨ ਇੱਕ ਦੂਸਰੇ ਨੂੰ ਲੰਬ ਦੁਭਾਜਿਤ ਕਰਦੇ ਹਨ। ਸੋ ਵਰਗ ਇੱਕ ਅਜਿਹੀ ਚਤੁਰਭੁਜ ਹੈ ਜਿਸ ਵਿੱਚ ਹਰੇਕ ਚਤੁਰਭੁਜ ਦੇ ਸਾਰੇ ਗੁਣ ਆਉਂਦੇ ਹਨ। ਭਾਵ ਵਰਗ ਇੱਕ ਸਮਾਨੰਤਰ ਚਤੁਰਭੁਜ ਵੀ ਹੈ, ਸਮ ਚਤੁਰਭੁਜ ਵੀ ਹੈ ਔਰ ਆਇਤ ਵੀ ਹੈ। ਸੋ ਇਸ ਦੇ ਆਧਾਰਿਤ ਕੁਝ ਕੁਐਸਚਨ ਤੁਹਾਡੀ ਅਭਿਆਸ ਵਿੱਚ ਹਨ। ਅਭਿਆਸ 3.4 ਵਿੱਚ ਇਸ ਦੇ ਆਧਾਰਿਤ ਸਵਾਲ। ਵਿਦਿਆਰਥੀਓ, ਜਿਸ ਤਰ੍ਹਾਂ ਅਸੀਂ ਪੜ੍ਹੀਆਂ ਹਨ ਸਪੈਸ਼ਲ ਚਤੁਰਭੁਜਾਂ, ਉਸ ਵਿੱਚੋਂ ਇੱਕ ਸਪੈਸ਼ਲ ਚਤੁਰਭੁਜ ਅਸੀਂ ਪੜ੍ਹੀ ਸੀ ਆਇਤ, ਜਿਸ ਦਾ ਕਿ ਰੋਜ਼ਾਨਾ ਜੀਵਨ ਵਿੱਚ ਵੀ ਬਹੁਤ ਇਸਤੇਮਾਲ ਹੁੰਦਾ ਹੈ। ਉਸ ਦੇ ਆਧਾਰਿਤ, ਯਾਨੀ ਕਿ ਉਸ ਦੇ ਗੁਣਾਂ ਦੇ ਆਧਾਰਿਤ ਤੇ ਆਪਾਂ ਤੁਹਾਡੀ ਕਿਤਾਬ ਦੀ ਉਦਾਹਰਨ 8 ਉਦਾਹਰਨ ਹੈ ਕਿ ਰੈਂਟ RENT ਇੱਕ ਆਇਤ ਹੈ। ਇਸ ਦਾ ਚਿੱਤਰ ਬਣਿਆ ਹੋਇਆ ਹੈ ਔਰ ਇਸ ਆਇਤ ਦੇ ਵਿਕਰਨ ਇੱਕ ਦੂਸਰੇ ਨੂੰ O ਤੇ ਕੱਟਦੇ ਹਨ ਔਰ X ਦਾ ਮੁੱਲ ਪਤਾ ਕਰਨਾ ਹੈ। ਜਿਸ ਤਰ੍ਹਾਂ ਕਿ ਇਸ ਵਿੱਚ TO ਦੀ ਕੀਮਤ ਜਿਹੜੀ ਹੈ ਉਹ 3X ਜਮਾ 1 ਦਿੱਤੀ ਹੈ ਔਰ RO ਦੀ ਕੀਮਤ 2X ਜਮਾ 4 ਦਿੱਤੀ ਹੋਈ ਹੈ। ਸੋ ਲਿਖਿਆ ਵੀ ਹੋਇਆ ਹੈ OR ਜਾਂ RO ਬਰਾਬਰ ਹੈ 2X ਜਮਾ 4, OT ਬਰਾਬਰ ਹੈ 3X ਜਮਾ 1। ਔਰ ਇਸ ਸਵਾਲ ਵਿੱਚ ਅਸੀਂ X ਦੀ ਕੀਮਤ ਪਤਾ ਕਰਨੀ ਹੈ। ਸੋ ਅਸੀਂ ਇਸ ਵਿੱਚ ਇੱਕ ਆਇਤ ਦੇ ਗੁਣਾਂ ਦਾ ਇਸਤੇਮਾਲ ਕਰਾਂਗੇ। ਸੋ ਆਇਤ ਦੇ ਸਾਰੇ ਗੁਣ ਮੈਂ ਦੱਸ ਦਿੰਦਾ ਹਾਂ ਇੱਕ ਵਾਰ ਫਿਰ ਕਿ ਆਇਤ ਦੇ ਸਾਰੇ ਹੀ ਕੋਣ 90 ਡਿਗਰੀ ਦੇ ਹੁੰਦੇ ਹਨ, ਭਾਵ ਸਮਕੋਣ ਹੁੰਦੇ ਹਨ। T, ਇਸੇ ਤਰ੍ਹਾਂ ਹੀ R, ਇਸੇ ਤਰ੍ਹਾਂ ਹੀ N ਔਰ E, ਇਹ ਸਾਰੇ ਕੋਣ 90 ਦੇ ਹੁੰਦੇ ਹਨ ਔਰ ਆਇਤ ਦੇ ਆਮਣੇ ਸਾਹਮਣੇ ਦੀਆਂ ਆਮਣੇ ਸਾਹਮਣੇ ਦੀਆਂ ਭੁਜਾਵਾਂ ਵੀ ਬਰਾਬਰ ਹੁੰਦੀਆਂ ਹਨ, ਸਮਾਨ ਅੰਤਰ ਵੀ ਹੁੰਦੀਆਂ ਹਨ। ਪਰ ਇਸ ਸਵਾਲ ਵਿੱਚ ਜਿਹੜੀ X ਦੀ ਕੀਮਤ ਹੈ ਉਹ ਵਿਕਰਨਾਂ ਉੱਪਰ ਦਰਸਾਈ ਗਈ ਹੈ। ਸੋ ਅਸੀਂ ਆਇਤ ਦੇ ਵਿਕਰਨਾਂ ਦੇ ਗੁਣ ਦਾ ਇਸਤੇਮਾਲ ਕਰਾਂਗੇ। ਯਾਦ ਕਰੋ ਕਿ ਅਸੀਂ ਅੱਜ ਪੜ੍ਹਿਆ ਹੈ ਕਿ ਆਇਤ ਦੇ ਵਿਕਰਨ ਜਿਸ ਤਰ੍ਹਾਂ ਕਿ TE ਔਰ ਦੂਸਰਾ ਵਿਕਰਨ ਹੈ ਇਸਦਾ RN, ਇਹ ਅਸੀਂ ਪੜ੍ਹ ਚੁੱਕੇ ਹਾਂ ਕਿ ਇਸ ਦੇ ਵਿਕਰਨ ਬਰਾਬਰ ਹੁੰਦੇ ਹਨ। ਸੋ ਅਸੀਂ ਇਹਨਾਂ ਦੇ ਇੱਕ ਤੇ ਇਹਨਾਂ ਦੇ ਵਿਕਰਨ ਬਰਾਬਰ ਹੁੰਦੇ ਹਨ। ਦੂਸਰਾ, ਇਸ ਦੇ ਵਿਕਰਨ ਇੱਕ ਦੂਸਰੇ ਨੂੰ ਸਮਦੁਭਾਜਿਤ ਕਰਦੇ ਹਨ। ਹੁਣ ਸਮਦੁਭਾਜਿਤ ਕਰਨ ਤੋਂ ਭਾਵ ਹੈ ਕਿ OT ਜੋ ਹੈ ਉਹ
TE ਦਾ ਅੱਧਾ ਹੈ। ਸਮਦ ਭਾਜ ਦਾ ਮਤਲਬ ਦੋ ਬਰਾਬਰ ਭਾਗ ਹੁੰਦੇ ਹਨ। ਸੋ TE ਦੇ ਦੋ ਬਰਾਬਰ ਭਾਗ TO, ਚਿੱਤਰ ਵੇਖੋ, TO ਅਤੇ OE। ਸੋ ਇਸ ਦਾ ਮਤਲਬ ਹੈ ਵੀ OT ਇਸ ਦੇ ਵਿਕਰਨ OT ਤੋਂ ਅੱਧਾ ਹੈ। ਇਹਨੂੰ ਇਸ ਤਰ੍ਹਾਂ ਲਿਖਦੇ ਹਾਂ। ਕਿਉਂ ਹੈ? ਕਿਉਂਕਿ ਇਹ ਗੁਣ ਪੜ੍ਹ ਚੁੱਕੇ ਹਾਂ ਕਿ ਵਿਕਰਨ ਇੱਕ ਦੂਸਰੇ ਨੂੰ ਸਮਦਭਾਜਿਤ ਕਰਦੇ ਹਨ। ਇਸੇ ਤਰ੍ਹਾਂ ਹੀ ਦੂਸਰਾ ਇਹਦਾ ਵਿਕਰਨ ਹੈ RN। ਚਿੱਤਰ ਵਿੱਚ ਮੇਰੇ ਨਾਲ ਨਾਲ ਦੇਖੋ, RN ਔਰ ਉਸਦਾ OR ਅੱਧਾ ਭਾਗ ਹੈ। ਇਹ ਸਾਰੇ ਅਸੀਂ ਆਇਤ ਦੇ ਗੁਣਾਂ ਤੋਂ ਹੀ ਲੈ ਰਹੇ ਹਾਂ ਕਿ ਆਇਤ ਦੇ ਵਿਕਰਨ ਇੱਕ ਦੂਸਰੇ ਨੂੰ ਸਮਦਭਾਜਿਤ ਕਰਦੇ ਹਨ। ਸੋ OR RN ਵਿਕਰਨ ਚਿੱਤਰ ਨੂੰ ਦੇਖੋ, ਸਪਸ਼ਟ ਹੈ, ਉਸ ਤੋਂ ਅੱਧਾ ਹੈ, ਕਿਉਂਕਿ ਆਇਤ ਦੇ ਵਿਕਰਨ ਇੱਕ ਦੂਸਰੇ ਦਾ ਅੱਧ ਕਰਦੇ ਹਨ, ਯਾਨੀ ਕਿ ਇੱਕ ਦੂਸਰੇ ਨੂੰ ਸਮਦਭਾਜਿਤ ਕਰਦੇ ਹਨ। ਸੋ ਦੂਸਰਾ ਇਹਦੇ ਵਿੱਚ ਗੁਣ ਆਇਤ ਦਾ ਇਹ ਸੀ ਕਿ ਇਸ ਦੇ ਵਿਕਰਨ ਆਪਸ ਵਿੱਚ ਬਰਾਬਰ ਹੁੰਦੇ ਹਨ। ਉਹ ਮੈਂ ਆ ਦੇਖੋ ਵਿਦਿਆਰਥੀਓ ਸਟਾਰਟਿੰਗ ਵਿੱਚ ਲਿਖਿਆ ਹੋਇਆ ਹੈ ਕਿ ਵਿਕਰਨ ਬਰਾਬਰ ਹਨ। ਕਿਸ ਤਰ੍ਹਾਂ? TE ਔਰ RN ਆਇਤ ਦੇ ਵਿਕਰਨ ਹਨ, ਇਹਨਾਂ ਦੀ ਲੰਬਾਈ ਬਰਾਬਰ ਹੁੰਦੀ ਹੈ। ਹੁਣ ਜਦੋਂ TE ਔਰ RN ਬਰਾਬਰ ਹਨ ਤੇ ਉਹਨਾਂ ਦਾ ਅੱਧਾ ਅੱਧਾ ਵੀ, TE ਦਾ ਅੱਧਾ ਔਰ RN ਦਾ ਅੱਧਾ, ਹਾਫ, ਬਰਾਬਰ ਹੋਵੇਗਾ। ਔਰ TE ਦਾ ਅੱਧ ਹੈ OT ਔਰ OR ਦਾ ਅੱਧ ਹੈ, RN ਦਾ ਅੱਧ ਹੈ OR। ਸੋ ਇਹ ਵੀ ਆਪਸ ਵਿੱਚ ਬਰਾਬਰ ਹੁੰਦੇ ਹਨ। ਸੋ ਇਹਨਾਂ ਦੀ ਮਦਦ ਨਾਲ ਹੁਣ ਸਾਨੂੰ OT ਦੀ ਕੀਮਤ ਦਿੱਤੀ ਹੋਈ ਹੈ। OT ਦੀ ਕੀਮਤ ਚਿੱਤਰ ਵਿੱਚ ਦੇਖੋ, ਇੱਧਰ ਵੀ ਦੇਖੋ, ਰਕਮ ਵਿੱਚ ਵੀ OT ਦੀ ਕੀਮਤ 3x ਪਲੱਸ 1 ਔਰ OR ਦੀ ਕੀਮਤ 2x ਜਮਾ 4। ਇਹ ਅਸੀਂ ਇੱਥੇ ਭਰ ਦਿੱਤੀਆਂ ਹਨ। ਹੁਣ ਇਹ ਸਾਡੇ ਕੋਲ ਇੱਕ ਸਮੀਕਰਨ ਬਣ ਗਈ ਹੈ। ਸਮੀਕਰਨ ਨੂੰ ਹੱਲ ਕਰਾਂਗੇ। ਸਮੀਕਰਨ ਦੇ ਅਸੀਂ ਇੱਕ ਸਾਈਡਾਂ ਤੇ x ਲਵਾਂਗੇ ਔਰ ਦੂਸਰੀ ਸਾਈਡ ਤੇ ਸਮੀਕਰਨ ਦੇ ਅਸੀਂ ਕੌਂਸਟੈਂਟ ਲਵਾਂਗੇ, ਯਾਨੀ ਕਿ ਅਚਲ। ਸੋ 3x ਔਰ 2x ਨੂੰ ਵੀ ਇਸੇ ਸਾਈਡ ਤੇ ਲਿਆਵਾਂਗੇ। ਖੱਬੇ ਪਾਸੇ ਅਸੀਂ x ਵਾਲੀਆਂ ਰਕਮਾਂ ਕਰ ਲਈਆਂ ਚੱਲ, ਔਰ ਸੱਜੇ ਪਾਸੇ 4 ਪਹਿਲਾਂ ਹੀ ਉੱਧਰ ਹੈ। ਇੱਕ ਨੂੰ ਜਦੋਂ ਉਸ ਸਾਈਡ ਤੇ ਲੈ ਕੇ ਜਾਵਾਂਗੇ ਤੇ ਪਲੱਸ ਦਾ ਹੈ, ਉਸ ਸਾਈਡ ਤੇ ਜਾ ਕੇ ਮਾਈਨਸ ਹੋ ਜਾਵੇਗਾ। ਸੋ 3x ਵਿੱਚੋਂ 2x ਨੂੰ ਮਾਈਨਸ ਕਰਾਂਗੇ ਤੇ ਸਾਡੇ ਕੋਲ x ਪ੍ਰਾਪਤ ਹੁੰਦਾ ਹੈ। 4 ਵਿੱਚੋਂ 1 ਮਾਈਨਸ ਕਰਾਂਗੇ ਤੇ ਸਾਡੇ ਕੋਲ 3 ਪ੍ਰਾਪਤ ਹੁੰਦਾ ਹੈ। ਸੋ ਇਸ ਤਰ੍ਹਾਂ ਅਸੀਂ ਆਇਤ ਦੇ ਵਿਕਰਨਾਂ ਦੇ ਗੁਣਾਂ ਦਾ ਇਸਤੇਮਾਲ ਕਰਦੇ ਹੋਏ ਇਸ ਸਵਾਲ ਨੂੰ ਹੱਲ ਕਰ ਚੁੱਕੇ ਹਾਂ। ਸੋ ਇਸੇ ਤਰ੍ਹਾਂ ਹੀ ਇਹ ਇੱਕ ਹੋਰ ਆਇਤ ਦੇ ਗੁਣਾਂ, ਹੋਰ ਸਪੈਸ਼ਲ ਚਤੁਰਭੁਜ ਦੇ ਗੁਣਾਂ ਨੂੰ ਇਸਤੇਮਾਲ ਕਰਦੇ ਹੋਏ ਅਸੀਂ ਇੱਕ ਹੋਰ ਉਦਾਹਰਨ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਸੋ ਇਹ ਚਿੱਤਰ ਵੇਖੋ ਵਿਦਿਆਰਥੀਓ, ਔਰ ਚਿੱਤਰ ਵਿੱਚ ਇਹ ਤੁਹਾਡੇ ਅਧਿਆਏ, ਤੁਹਾਡੇ ਇਸ ਚੈਪਟਰ ਚਤੁਰਭੁਜਾਂ ਨੂੰ ਸਮਝਣਾ ਵਿੱਚ ਉਦਾਹਰਨ 7 ਹੈ। ਉਦਾਹਰਨ 7 ਇੱਕ ਸਾਈਡ ਤੇ ਚਿੱਤਰ ਬਣਿਆ ਹੋਇਆ ਹੈ, ਦੂਸਰੇ ਸਾਈਡ ਤੇ ਇਸ ਦੀ ਸਟੇਟਮੈਂਟ ਦਿੱਤੀ ਹੋਈ ਹੈ ਔਰ ਇਹ ਚਿੱਤਰ ਹੈ। ਚਿੱਤਰ ਵਿੱਚ ਜਿਹੜੀ ਚਤੁਰਭੁਜ ਹੈ ਉਹ ਸਮ ਚਤੁਰਭੁਜ ਹੈ। ਜਿਸ ਤਰ੍ਹਾਂ ਕਿ ਆ ਵੇਖੋ, ਇਸ ਦੇ ਸਟੇਟਮੈਂਟ ਵਿੱਚ, ਰਕਮ ਵਿੱਚ ਲਿਖਿਆ ਹੋਇਆ ਹੈ ਕਿ ਰਾਈਸ ਇੱਕ ਸਮ ਚਤੁਰਭੁਜ। ਸੋ ਰਾਈਸ R ਔਰ ਇਸ ਦਾ ਸਿਖਰ I, C ਔਰ E, ਇਹ ਇਸ ਦੇ ਸਿਖਰ ਹਨ। ਸੋ ਰਾਈਸ ਇੱਕ
ਸਮ ਚਤੁਰਭੁਜ ਹੈ। ਸੋ ਸਮ ਚਤੁਰਭੁਜ ਤੇ ਜ਼ਿਆਦਾ ਜ਼ੋਰ ਦੇਣ ਦੀ ਲੋੜ ਹੈ। ਆਪਾਂ ਪੜ੍ਹਾ ਚੁੱਕੇ ਹਾਂ ਕਿ ਸਮ ਚਤੁਰਭੁਜ ਦੀਆਂ ਸਾਰੀਆਂ ਭੁਜਾਵਾਂ ਆਪਸ ਵਿੱਚ ਬਰਾਬਰ ਹੁੰਦੀਆਂ ਹਨ। ਇਸ ਦੇ ਵਿਕਰਨ ਇੱਕ ਦੂਸਰੇ ਨੂੰ ਸਮਦਭਾਜਿਤ ਕਰਦੇ ਹਨ ਔਰ ਇੱਕ ਦੂਸਰੇ ਨੂੰ ਲੰਬ ਸਮਦਭਾਜਿਤ ਕਰਦੇ ਹਨ, ਭਾਵ ਉਹ ਇੱਕ ਦੂਸਰੇ ਤੇ ਕੱਟਦੇ ਹਨ ਔਰ 90 ਦੇ ਕੋਣ ਤੇ ਕੱਟਦੇ ਹਨ। ਆ ਦੇਖੋ, ਸੋ ਇਹ ਸਾਰੇ ਗੁਣ ਅਸੀਂ ਸਮ ਚਤੁਰਭੁਜ ਦੇ ਪੜ੍ਹ ਚੁੱਕੇ ਹਾਂ। ਸੋ ਇਹਨਾਂ ਦਾ ਇਸਤੇਮਾਲ ਕਰਕੇ ਅਸੀਂ ਐਕਸ, ਵਾਈ ਔਰ ਜ਼ੈਡ ਦਾ ਮੁੱਲ ਪਤਾ ਕਰਨਾ ਹੈ, ਜਿਸ ਤਰ੍ਹਾਂ ਕਿ ਸਵਾਲ ਵਿੱਚ ਪੁੱਛਿਆ ਗਿਆ ਹੈ, ਐਕਸ, ਵਾਈ ਅਤੇ ਜ਼ੈਡ ਦਾ ਮੁੱਲ ਪਤਾ ਕਰੋ। ਸੋ ਵਿਦਿਆਰਥੀਓ, ਹੁਣ ਇਸ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਸਭ ਤੋਂ ਪਹਿਲਾਂ ਮੈਂ ਐਕਸ, ਆ ਦੇਖੋ ਐਕਸ ਨੂੰ ਹੱਲ ਕਰਨ ਲਈ ਅਸੀਂ ਇਹ ਪਾਰਟ ਤੇ ਆ ਜਾਂਦੇ ਹਾਂ। ਐਕਸ, ਜਿਸ ਤਰ੍ਹਾਂ ਕਿ ਸਮ ਚਤੁਰਭੁਜ ਦੇ ਵਿਕਰਨ ਕਿਹੜੇ ਕਿਹੜੇ ਵਿਕਰਨ ਹਨ? ਵਿਕਰਨਾਂ ਦਾ ਮੈਂ ਨਾਂ ਲਿਖ ਦਿੰਦਾ ਹਾਂ, ਸੀ ਆਰ, ਔਰ ਦੂਸਰਾ ਵਿਕਰਨ ਈ ਆਈ, ਈ ਆਈ। ਇਸ ਦੇ ਵਿਕਰਨ ਇੱਕ ਦੂਸਰੇ ਨੂੰ ਸੀ ਆਰ ਵਿਕਰਨ, ਔਰ ਚਿੱਤਰ ਵਿੱਚ ਦੇਖੋ ਸੀ ਆਰ ਔਰ ਈ ਆਈ ਵਿਕਰਨ ਇੱਕ ਦੂਸਰੇ ਨੂੰ ਸਮਦਭਾਜਿਤ ਕਰਦੇ ਹਨ, ਭਾਵ ਓ ਈ ਅਤੇ ਓ ਆਈ ਇਹ ਆਪਸ ਵਿੱਚ ਬਰਾਬਰ ਹਨ। ਓ ਈ ਔਰ ਓ ਆਈ ਆਪਸ ਵਿੱਚ ਬਰਾਬਰ ਹਨ, ਕਿਉਂਕਿ ਵਿਕਰਨ ਇੱਕ ਦੂਸਰੇ ਨੂੰ ਸਮਦਭਾਜਿਤ ਕਰਦੇ ਹਨ। ਸਮਦਭਾਜਿਤ ਮਤਲਬ ਦੋ ਬਰਾਬਰ, ਸਮ ਮੀਨ ਸਮਾਨ, ਦੋ ਮਤਲਬ ਦੋ ਭਾਗ, ਦੁਭਾਜਿਤ ਮਤਲਬ ਵੰਡਣਾ, ਔਰ ਇੱਕ ਵਿਕਰਨ ਦੂਸਰੇ ਨੂੰ ਦੋ ਬਰਾਬਰ ਭਾਗਾਂ ਵਿੱਚ ਵੰਡਦਾ ਹੈ। ਇੱਕ ਭਾਗ ਹੈ ਓ ਈ ਔਰ ਦੂਸਰਾ ਭਾਗ ਹੈ ਇਸਦਾ, ਆ ਦੇਖੋ, ਇੱਕ ਭਾਗ ਹੈ ਓ ਈ ਔਰ ਦੂਸਰਾ ਭਾਗ ਓ ਆਈ। ਇਹ ਦੇਖੋ, ਇਹ ਦੋਵੇਂ ਭਾਗ ਆਪਸ ਵਿੱਚ ਓ ਈ ਔਰ ਓ ਆਈ ਬਰਾਬਰ ਹਨ ਸਮਦਭਾਜਿਤ ਹੋਣ ਕਰਕੇ। ਸੋ ਓ ਈ ਨੂੰ ਇਸ ਵਿੱਚ ਐਕਸ ਨਾਲ ਦਰਸਾਇਆ ਗਿਆ ਹੈ। ਸੋ ਓ ਈ ਦੇ ਅਸੀਂ ਐਕਸ ਕੀਮਤ ਭਰ ਦਿੰਦੇ ਹਾਂ ਔਰ ਓ ਆਈ ਦੀ ਕੀਮਤ 5 ਹੈ। ਸੋ ਇਸ ਤਰ੍ਹਾਂ ਸਾਡੇ ਕੋਲ ਐਕਸ ਦੀ ਕੀਮਤ ਪ੍ਰਾਪਤ ਹੋ ਗਈ। ਇਸੇ ਗੁਣ ਦਾ ਦੁਬਾਰਾ ਇਸਤੇਮਾਲ ਕਰਦੇ ਹੋਏ ਦੂਸਰਾ ਵਿਕਰਨ ਲੈਂਦੇ ਹਾਂ, ਸੀ ਆਰ। ਸੀ ਆਰ ਵਿਕਰਨ ਵਿੱਚ ਓ ਸੀ ਭਾਗ ਔਰ ਓ ਆਰ, ਇਸ ਦੇ ਦੋ ਬਰਾਬਰ ਭਾਗ, ਇਸ ਵਿਕਰਨ ਦੇ ਦੋ ਬਰਾਬਰ ਭਾਗ ਦੇਖੋ ਕਿਹੜੇ ਕਿਹੜੇ, ਓ ਸੀ ਆ ਵਾਲਾ ਭਾਗ ਜਿਹਦੀ ਕੀਮਤ 12 ਹੈ, ਓ ਆਰ ਆ ਵਾਲਾ ਭਾਗ ਜਿਸ ਦੀ ਕੀਮਤ y ਹੈ, ਇਹ ਵੀ ਬਰਾਬਰ ਹਨ ਕਿਉਂਕਿ ਸਮ ਚਤੁਰਭੁਜ ਦੇ ਵਿਕਰਨ ਇੱਕ ਦੂਸਰੇ ਨੂੰ ਸਮਦਭਾਜਿਤ ਕਰਦੇ ਹਨ। ਸੋ ਓ ਸੀ 12 ਹੈ, ਓ ਆਰ ਦੀ ਕੀਮਤ ਜੋ ਹੈ ਉਹ ਓ ਸੀ ਦੀ ਕੀਮਤ 12 ਹੈ, ਇੱਥੇ 12 ਲਿਖ ਦਿੰਦੇ ਹਾਂ। ਓ ਆਰ ਦੀ ਚਿੱਤਰ ਵਿੱਚ y ਦਰਸਾਇਆ ਹੈ, ਸੋ y ਬਰਾਬਰ 12। ਸੋ ਇਸ ਤਰ੍ਹਾਂ ਅਸੀਂ ਵਿਕਰਨਾਂ ਦੇ ਗੁਣਾਂ, ਸਮ ਚਤੁਰਭੁਜ ਦੇ ਵਿਕਰਨਾਂ ਦੇ ਗੁਣਾਂ ਦੇ ਆਧਾਰ ਤੇ ਐਕਸ ਔਰ ਵਾਈ ਦੀ ਕੀਮਤ ਕੱਢਣ ਵਿੱਚ ਸਫਲ ਹੋਏ ਹਾਂ। ਹੁਣ ਸਾਡੇ ਕੋਲ ਇੱਕ ਪਾਰਟ ਜ਼ੈਡ ਰਹਿ ਗਿਆ ਹੈ, ਜ਼ੈਡ ਦੀ ਕੀਮਤ ਵੀ ਪਤਾ ਕਰਦੇ ਹਾਂ। ਸੋ ਜ਼ੈਡ, ਆ ਦੇਖੋ ਵਿਦਿਆਰਥੀਓ, ਜ਼ੈਡ ਹੈ, ਜ਼ੈਡ ਜੋ ਹੈ ਉਹ ਸਮ ਚਤੁਰਭੁਜ ਦੀ ਇੱਕ ਭੁਜਾ ਦੀ ਕੀਮਤ ਹੈ। ਕਿਸ ਭੁਜਾ ਦੀ ਕੀਮਤ ਹੈ? ਆਰ ਆਈ ਦੀ। ਉਹ ਸਾਨੂੰ ਪਤਾ ਹੈ ਕਿ ਸਮ ਚਤੁਰਭੁਜ ਦੀਆਂ ਸਾਰੀਆਂ ਭੁਜਾਵਾਂ ਬਰਾਬਰ ਹੁੰਦੀਆਂ ਹਨ। ਸਾਰੀਆਂ ਭੁਜਾਵਾਂ ਬਰਾਬਰ ਹਨ, ਇਸ ਦਾ ਮਤਲਬ ਹੈ ਕਿ ਆਰ ਆਈ ਔਰ ਦੇਖੋ ਇੱਕ ਮਿੰਟ, आर आई
और दूसरी भुजा विद्यार्थियों RE। चित्र वाल देखो, RI और RE, ARI ये भुजा और RE समचतुर्भुज भुजावां बराबर हैं। RI की कीमत Z है जिस तरह दर्शाया गया है और RE दे उपर 13 लिखिया होया है, सो उसकी जगह ते 13 लिख देते हैं। इस तरह सानू Z बराबर 13 प्राप्त हो गया। सो विद्यार्थियों अज असी गुणा के आधार ते कुछ खास चतुर्भुजां बारे जानकारी प्राप्त की है। उन्हां गुणां नूं वरतदे होए असी तुहाडे अध्याय दीआं एग्जाम्पल 7, 8 और अध्याय 3.4 भी कीता है। आस करदा हाँ कि तुहानूं ये जो मैं अज समझाया है सारा समझ आ गया है ते तुसीं इन्हां गुणां नूं वरतदे होए जो भी किताब विच होर उदाहरणां दित्तियां हन जां 3.4 दे बाकी रहिंदे सवाल हन उन्हां नूं पूरा करना है। धन्नवाद।